Good morning, students. Students, today's our topic is cause of poverty. ਆਪਾਂ ਨੂੰ poverty वाला चैप्टर कर रहे हैं। फोर्थ चैप्टर सब ਨੂੰ क्लीयर होएगा ਤਾਂ ਤੇ जिंदे अंदर ਆਪਾਂ ਕੱਲ ਕਲਾਸੀਫਿਕੇਸ਼ਨ ਆਫ ਪਾਵਰਟੀ ਕੀਤਾ ਸੀ। ਅੱਜ ਆਪਾਂ ਕਰਾਂਗੇ ਕਿ ਕੀ ਕਾਰਨ ਹੈ ਪਾਵਰਟੀ ਦੇ ਤੇ ਆਪਾਂ ਉਹਨੂੰ ਕਿਵੇਂ ਰਿਮੂਵ ਕਰ ਸਕਦੇ ਹਾਂ। ਠੀਕ ਹੈ, ਪਾਪੂਲੇਸ਼ਨ ਦੇ ਕਾਰਨ ਕੀ ਨੇ? ਹੈਵੀ ਪ੍ਰੈਸ਼ਰ ਆਫ ਪਾਪੂਲੇਸ਼ਨ, ਅਨਇੰਪਲੋਇਮੈਂਟ ਐਂਡ ਅੰਡਰ ਇੰਪਲੋਇਮੈਂਟ, इंक्रीज इन प्राइस, नेट नेशनल इनकम, रूरल इकोनॉमी, अनइक्वल डिस्ट्रीब्यूशन ऑफ इनकम, कैपिटल डेफिशिएंसी। देखो ईजी है ना, नाम तो सारा क्लीयर हो रहा है कि अपन अंडर की लिखना है सारा। ठीक है, इस तो इलावा पॉइंट सारे की ने? लैक ऑफ स्किल्ड लेबर, डेफिशिएंसी ऑफ एफिशिएंट एंटरप्रेन्योर, अंडर डिवेल्प्ड इकोनॉमी, लैक ऑफ प्रॉपर इंडस्ट्रियलाइजेशंस, लो रेट ऑफ ग्रोथ, लैक ऑफ इंफ्रास्ट्रक्चर, outdated social institute, improper use of natural resources। क्लियर? ये ਤੁਹਾਡੇ ਕਾਰਨ ਨੇ। ਹੁਣ ਤੁਸੀਂ ਮੋਸਟਲੀ ਬੱਚੇ ਪੁੱਛਣ ਲੱਗ ਜਾਣਗੇ ਕਿੰਨੇ ਪੁਆਇੰਟਸ ਕਰਨੇ ਆ। ਦੇਖੋ 15 ਪੁਆਇੰਟਸ ਤੁਸੀਂ ਰੱਖੋਗੇ ਦਿਮਾਗ ਦੇ ਵਿੱਚ ਤਾਂ ਹੀ ਤੁਸੀਂ ਪੇਪਰ ਦੇ ਵਿੱਚ 10 ਔਰ 11 ਪੁਆਇੰਟ ਅਟੈਂਪਟ ਕਰ ਪਾਓਗੇ। ਲੌਂਗ ਕੁਐਸਚਨ ਹੈ, ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀ ਹਾਂ ਪੁਆਇੰਟਸ ਵੱਧ ਤੋਂ ਵੱਧ ਲਿਖਣੇ ਹੁੰਦੇ ਆ। ਪੁਆਇੰਟਸ ਦੀ ਐਕਸਪਲੇਨੇਸ਼ਨ ਚਾਹੇ ਘੱਟ ਕਰ ਦਿਓ। ਇਹ ਨਾ ਹੋਵੇ ਕਿ ਤੁਸੀਂ ਕਹਿ ਦਿਓ ਕਿ ਇਸ 4 ਪੇਜ ਭਰਤੇ ਲੇਕਿਨ ਪੁਆਇੰਟ 5 ਲਿਖਿਆ ਹੈ। ਜਿਵੇਂ ਤੁਹਾਨੂੰ ਪਹਿਲਾ ਪੁਆਇੰਟ ਆ ਗਿਆ ਹੈਵੀ ਪ੍ਰੈਸ਼ਰ ਪਾਪੂਲੇਸ਼ਨ, ਐਸੇ ਪੁਆਇੰਟ ਨੂੰ ਤੁਸੀਂ ਜਿਹੜੇ ਇਹਦੀ ਐਕਸਪਲੇਨ ਕਰ ਰਹੇ ਹੋ ਉਹ ਹਾਫ ਪੇਜ ਕਵਰ ਕਰਤਾ ਉਹਦੇ ਵਿੱਚ। ਠੀਕ ਹੈ, ਪਰ ਨਹੀਂ ਉਹਦੇ ਇੰਨੇ ਮਾਰਕਸ ਨਹੀਂ ਮਿਲਣਗੇ। ਜਿੰਨੇ ਜ਼ਿਆਦਾ ਪੁਆਇੰਟਸ ਲਿਖੋਗੇ ਚਾਹੇ ਤੁਸੀਂ 2 ਪੇਜਸ ਦੇ ਵਿੱਚ ਕੁਐਸਚਨ ਕਵਰ ਕਰ ਦਿਓ, ਪਰ ਪੁਆਇੰਟਸ ਸਾਡੇ ਇੰਪ੍ਰੈਸਿਵ ਹੋਣੇ ਚਾਹੀਦੇ ਨੇ। ਠੀਕ ਹੈ, ਵੱਧ ਤੋਂ ਵੱਧ ਪੁਆਇੰਟਸ ਲਿਖਣੇ ਨੇ। ਉਹਦੀ ਐਕਸਪਲੇਨੇਸ਼ਨ ਚਾਹੇ ਤੁਸੀਂ ਪੁਆਇੰਟਸ ਦੀ ਘੱਟ ਕਰ ਦਿਓ, ਪਰ ਇਹ ਨਾ ਹੋਵੇ ਕਿ ਤੁਸੀਂ ਐਕਸਪਲੇਨੇਸ਼ਨ ਵਧਾ ਦਿਓ ਠੀਕ ਹੈ ਲੇਕਿਨ ਪੁਆਇੰਟਸ ਘੱਟ ਕਰ ਦਿਓ। ਐ ਨਹੀਂ ਕਰਨਾ, ਪੁਆਇੰਟਸ ਵਧਾਉਣੇ ਨੇ, ਐਕਸਪਲੇਨ ਚਾਹੇ ਤੁਸੀਂ ਘੱਟ ਕਰ ਦਿਓ। ਉਹ ਤੁਸੀਂ ਉਹਦੇ ਅਕੋਰਡਿੰਗ ਦੇਖ ਲੈਣਾ ਕਿ ਤੁਹਾਡੇ ਕੋਲ ਲਿਖਣ ਲਈ ਕਿੰਨਾ ਕੁ ਮਟੀਰੀਅਲ ਹੈ, ਵੀ ਕੁਐਸਚਨ ਕਿਸ ਤਰ੍ਹਾਂ ਦਾ ਆਇਆ ਹੈ, ਤੁਸੀਂ ਉਹਦੇ ਕਿੰਨੇ ਕੁ ਪੁਆਇੰਟ ਲਿਖ ਸਕਦੇ ਹੋ। ਹੁਣ ਪਾਵਰਟੀ ਨਾਲ ਤਾਂ ਬਹੁਤ ਪੁਆਇੰਟਸ ਲਿਖ ਸਕਦੇ ਹੋ। ਤੁਹਾਡੀ ਬੁੱਕ 'ਤੇ 15 ਪੁਆਇੰਟਸ ਨੇ, ਤਾਂ 15 ਤੁਸੀਂ 20, 25, 30 ਤੱਕ ਪੁਆਇੰਟਸ ਲਿਖ ਸਕਦੇ ਹੋ। ਜਿੰਨੇ ਮਰਜ਼ੀ ਲਿਖ ਲਓ ਪਾਵਰਟੀ ਦੇ ਪੁਆਇੰਟਸ। ਠੀਕ ਹੈ, ਗਰੀਬੀ ਹੁਣ ਤੁਸੀਂ ਇਹ ਤਾਂ ਆਪਾਂ ਰੂਟੀਨ ਦੇ ਵਿੱਚ ਆਪਣੇ ਆਸ-ਪਾਸ ਹਰ ਰੋਜ਼ ਦੇਖਦੇ ਹਾਂ ਅਤੇ ਆਪਾਂ ਨੂੰ ਰੀਜ਼ਨ ਵੀ ਬਹੁਤ ਪਤਾ ਵੈ। ਇਹਦੇ ਵਿੱਚ ਤਾਂ ਸਿੰਪਲ ਜਿਹੇ ਰੀਜ਼ਨ ਦੱਸੇ ਹੋਏ ਨੇ, ਇਸ ਤੋਂ ਇਲਾਵਾ ਵੀ ਬਹੁਤ ਰੀਜ਼ਨ ਨੇ ਆਪਣੇ। ਠੀਕ ਹੈ, ਕਰਪਸ਼ਨਸ ਹੋ ਸਕਦੀ ਹੈ, ਇਲਿਟਰੇਸੀ ਹੋ ਸਕਦੀ ਹੈ। ਠੀਕ ਹੈ, ਉਹ ਪੁਆਇੰਟਸ ਦੇ ਵਿੱਚ ਆਏ ਹੀ ਨਹੀਂ ਗੇ। ਠੀਕ ਹੈ, ਇਹ ਸਾਰੇ ਪੁਆਇੰਟਸ ਤਾਂ ਗਰੀਬੀ ਦੇ ਕਾਰਨ ਹੈ ਨਾ। ਅਨਪੜ੍ਹ ਹੋਣ ਕਾਰਨ ਉਹਨੂੰ ਪ੍ਰੋਪਰ ਕੰਮ ਨਹੀਂ ਮਿਲਦਾ, ਪ੍ਰੋਪਰ ਕੰਮ ਨਾ ਹੋਣ ਕਰਕੇ ਉਹਨਾਂ ਕੋਲ ਇਨਕਮ ਦਾ ਸੋਰਸਿਸ ਨਹੀਂ ਹੈਗਾ, ਜਾਂ ਕਾਸਟ ਸਿਸਟਮ ਵੀ ਇਹਦੇ ਵਿੱਚ ਆ ਸਕਦਾ, ਜੁਆਇੰਟ ਫੈਮਿਲੀ ਆ ਸਕਦੀ ਹੈ, ਡਿਸਗਾਈਜ਼ਡ ਅਨਇੰਪਲੋਇਮੈਂਟ ਆ ਸਕਦੀ ਹੈ। ਬਹੁਤ ਪੁਆਇੰਟਸ ਨੇ ਜੋ ਤੁਸੀਂ ਬਣਾਉਣੇ ਚਾਹੋਗੇ। ਇਹਨਾਂ 15 ਪੁਆਇੰਟਸ ਤੋਂ ਇਲਾਵਾ ਵੀ ਤੁਸੀਂ 20, 30 ਦੇ ਨੀਅਰ ਅਬਾਊਟ ਪੁਆਇੰਟਸ ਲਿਖ ਸਕਦੇ ਹੋ ਪਾਵਰਟੀ ਨਾਲ ਰਿਲੇਟਡ। ਠੀਕ ਹੈ, ਚਲੋ ਹੁਣ ਇੱਕ ਮਾਈਗ੍ਰੇਸ਼ਨ ਵਾਲਾ ਪੁਆਇੰਟਸ ਲਿਖ ਸਕਦੇ ਹੋ ਕਿ ਕਈ ਪਰਸਨਸ ਹੁੰਦੇ ਨੇ ਕਿ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਤਾਂ ਕੰਮ ਮਿਲ ਰਿਹਾ ਲੇਕਿਨ ਉਹ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਜਾਣਾ ਨਹੀਂ ਚਾਹੁੰਦੇ, ਜਾਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾਂ ਇੱਕ ਰਿਗਿਓਨ ਤੋਂ ਦੂਸਰੇ ਰਿਗਿਓਨ ਜਾਣਾ ਪਸੰਦ ਨਹੀਂ ਕਰਦੇ, ਜਿਹਦੇ ਕਰਕੇ ਵੀ ਗਰੀਬੀ ਪਾਈ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਠੀਕ ਹੈ ਮਾਈਗ੍ਰੇਸ਼ਨ, ਜਿਵੇਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਕੰਮ ਮਿਲ ਰਿਹਾ ਲੇਕਿਨ ਉਹ ਆਪਣੇ ਘਰ ਤੋਂ ਦੂਸਰੀ ਜਗ੍ਹਾ 'ਤੇ ਜਾਣਾ ਪਸੰਦ ਨਹੀਂ ਕਰਦੇ, ਉੱਥੇ ਉਹਨਾਂ ਨੂੰ ਕੰਮ ਨਹੀਂ ਮਿਲਦਾ, ਜਿਹਦੇ ਕਰਕੇ ਕੀ ਹੈ ਗਰੀਬੀ ਪਾਈ ਜਾਂਦੀ ਹੈ। ਤਾਂ ਇਹ ਕਾਰਨ ਹੁੰਦੇ ਨੇ ਪਾਵਰਟੀ ਦੇ। ਬਹੁਤ ਪੁਆਇੰਟਸ ਲਿਖ ਸਕਦੇ ਹੋ। ਹੁਣ ਆਪਾਂ ਤੁਹਾਡੀ ਬੁੱਕ ਕੋਲ ਐਕਸਪਲੇਨ ਕਰਦੇ ਹਾਂ। ਪਹਿਲਾ ਪੁਆਇੰਟ ਕੀ ਸੀਗਾ? ਹੈਵੀ ਪ੍ਰੈਸ਼ਰ ਆਫ ਪਾਪੂਲੇਸ਼ਨ ਦਾ ਪ੍ਰੈਸ਼ਰ ਕੀ ਹੈ? ਬਹੁਤ ਜ਼ਿਆਦਾ ਹੈ। ਗਵਰਨਮੈਂਟ ਸੋਰਸਿਸ ਤਾਂ ਲੈ ਕੇ ਆ ਰਹੀ ਹੈ, ਇੰਪਲੋਇਮੈਂਟ ਦੇ ਜਿਹੜੇ ਹੈਗੇ ਨੇ ਓਪਰਚੁਨਿਟੀਜ਼ ਵੀ ਕ੍ਰੀਏਟ ਕਰ ਰਹੀ ਹੈ, ਲੇਕਿਨ ਜਿਹੜੀ ਪਾਵਰਟੀ ਉਹ ਪਾਪੂਲੇਸ਼ਨ ਹੈ ਉਸ ਤੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਜਿਸ ਰੇਟ ਦੇ ਆਪਣੇ ਕੀ ਹੈ ਠੀਕ ਹੈ ਉਸ ਰੇਟ 'ਤੇ ਆਪਣੀ ਕੀ ਹੈ ਪਾਪੂਲੇਸ਼ਨ ਇੰਕਰੀਜ਼, ਮਤਲਬ ਕਿ ਉਸ ਗਵਰਨਮੈਂਟ ਜਿੰਨੇ ਇੰਪਲੋਇਮੈਂਟ ਦੇ ਸੋਰਸਿਸ ਇੰਕਰੀਜ਼ ਕਰ ਰਹੀ ਹੈ ਪਾਪੂਲੇਸ਼ਨ ਉਸ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਕੀ ਹੈ ਵੱਧ ਰਹੀ ਹੈ, ਜਿਹਦੇ ਕਰਕੇ ਵੀ ਕੀ ਹੈ ਪਾਵਰਟੀ ਆ ਰਹੀ ਹੈ। ਇੰਡੀਆ ਪਾਪੂਲੇਸ਼ਨ ਵਾਜ਼ ਕਿੰਨੀ ਹੈ? 84.63 ਕਰੋੜ ਇਨ 1991 ਐਂਡ ਬਿਕਮ 2011 ਦੇ ਵਿੱਚ ਕਿੰਨੀ ਬਣ ਗਈ ਸੀ? 121.2। ਤੁਸੀਂ ਪਰ ਅੱਜ ਦੇ ਅੰਕੜੇ ਦੇਖ ਕੇ 2020 ਦੀ ਮਤਲਬ ਕਿ ਨੈੱਟ ਤੋਂ ਕੱਢ ਕੇ ਲਿਖ ਲੈਣਾ ਕਿ ਹੁਣ ਪਾਪੂਲੇਸ਼ਨ ਕਿੰਨੀ ਹੈ। ਠੀਕ ਹੈ, ਦੀ ਪ੍ਰੈਸ਼ਰ ਆਫ ਪਾਪੂਲੇਸ਼ਨ ਇਜ਼ ਬੈਰਿਡ ਇਨ ਦਾ ਵੇ ਆਫ ਇਕਨੋਮਿਕ ਡਿਵੈਲਪਮੈਂਟ। ਆਪਣੀ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਜਿਹੜੀ ਪਾਪੂਲੇਸ਼ਨ ਦਾ ਪ੍ਰੈਸ਼ਰ ਹੈ ਉਹ ਸਭ ਤੋਂ ਜ਼ਿਆਦਾ ਵੱਡੀ ਕੀ ਇੱਕ ਰੁਕਾਵਟ ਹੈ। ਐਫਰਟਸ ਲਾਈਕ ਚਾਈਨਾ ਸ਼ੁੱਡ ਬੀ ਮੇਡ ਟੂ ਰਿਡਿਊਸ ਪਾਪੂਲੇਸ਼ਨ। ਜਿਹੜੀ ਚਾਈਨਾ ਹੈ ਉਹ ਕਾਫੀ ਐਫਰਟਸ ਕਰ ਰਹੀ ਹੈ ਕਿ ਪਾਪੂਲੇਸ਼ਨ ਨੂੰ ਰਿਡਿਊਸ ਕਰਨ ਦੇ। ਜੇ ਪਾਪੂਲੇਸ਼ਨ ਰਿਡਿਊਸ ਹੋਏਗੀ ਤਾਂ ਹੀ ਆਪਾਂ ਕੀ ਕਰ ਸਕਦੇ ਹਾਂ? ਪਾਵਰਟੀ ਨੂੰ ਰਿਮੂਵ ਕਰ ਸਕਦੇ ਹਾਂ। ਪਾਪੂਲੇਸ਼ਨ ਨੂੰ ਰਿਡਿਊਸ ਕਰਨ ਦਾ ਮਤਲਬ ਇਹ ਨਹੀਂ ਕਿ ਆਪਾਂ ਡੈਥ ਰੇਟ ਨੂੰ ਵਧਾ ਦਈਏ, ਤਾਂ ਕਿਉਂਕਿ ਜੇਕਰ ਡੈਥ ਰੇਟ ਵੱਧ ਜਾਏਗੀ ਤਾਂ ਇਹ ਵੀ ਇਕੋਨਮੀ ਦੀ ਡਿਵੈਲਪਮੈਂਟ ਲਈ ਵਧੀਆ ਨਹੀਂ ਹੈਗਾ। ਤਾਂ ਪਾਪੂਲੇਸ਼ਨ ਨੂੰ ਰਿਡਿਊਸ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ? ਫੈਮਿਲੀ ਪਲੈਨਿੰਗਸ ਕੀ ਹੈ ਅਡੋਪਟ ਕਰਨੇ ਚਾਹੀਦੇ ਨੇ। ਕਲੀਅਰ? ਚਲੋ ਅਗਲਾ ਪੁਆਇੰਟ ਅਨਇੰਪਲੋਇਮੈਂਟ ਐਂਡ ਅੰਡਰ ਇੰਪਲੋਇਮੈਂਟ। ਅਨਇੰਪਲੋਇਮੈਂਟ ਸਭ ਨੂੰ ਪਤਾ ਹੀ ਹੈ, ਬੇਰੁਜ਼ਗਾਰੀ ਆਪਾਂ ਟੌਪਿਕ ਕਰ ਵੀ ਚੁੱਕੇ ਹਾਂ ਕਿ ਆਪਣੇ ਕੀ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਕਈ ਟਾਈਪਸ ਦੀ ਕੀ ਹੈ ਅਨਇੰਪਲੋਇਮੈਂਟ ਕੀ ਹੈ ਪਾਈ ਜਾਂਦੀ ਹੈ, ਜਿਵੇਂ ਡਿਸਗਾਈਜ਼ਡ ਇੰਪਲੋਇਮੈਂਟ ਹੋ ਗਈ। ਪਾਵਰਟੀ ਇਜ਼ ਦਾ ਰਿਜ਼ਲਟ ਆਫ ਅਨਇੰਪਲੋਇਮੈਂਟ। ਗਰੀਬੀ ਦਾ ਜਿਹੜੀ ਪਾਵਰਟੀ ਇਜ਼ ਦਾ ਰਿਜ਼ਲਟ ਆਫ ਅਨਇੰਪਲੋਇਮੈਂਟ। ਜੇਕਰ ਗਰੀਬੀ ਹੈ ਤਾਂ ਉਹਦਾ ਰਿਜ਼ਲਟ ਕੀ ਹੈ? ਅਨਇੰਪਲੋਇਮੈਂਟ ਹੈ। ਤਾਂ ਜਿਹਦੇ ਕਰਕੇ ਵੀ ਦੇਸ਼ ਦੇ ਵਿੱਚ ਕੀ ਹੈ ਗਰੀਬੀ ਪਾਈ ਜਾਂਦੀ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋਣ ਕਰਕੇ ਉਹਦੇ ਕਰਕੇ ਕੀ ਹੈ ਗਰੀਬੀ ਵਧੀ ਜਾਂਦੀ ਹੈ। ਜੇ ਇੰਪਲੋਇਮੈਂਟ ਦੇ ਸੋਰਸਿਸ ਜ਼ਿਆਦਾ ਹੋਣਗੇ, ਸਭ ਨੂੰ ਕੰਮ ਮਿਲਿਆ ਹੋਏਗਾ
ਹੋਏਗਾ ਤਾਂ ਪਾਵਰਟੀ ਕੀ ਹੈ अपने आप ही रिमूव हो जाएगी। लेकिन पावर्टी ਨੂੰ रिमूव ਕਰਨ ਦੇ ਲਈ ਕੀ ਜ਼ਰੂਰਤ ਹੈ ਆਪਾਂ ਨੂੰ ਜਿਹੜੀ ਹੈਗੀ ਪੋਪੂਲੇਸ਼ਨ ਨੂੰ ਕੰਟਰੋਲ ਕਰਨਾ। ਇੰਕਰੀਜ਼ ਇਨ ਪ੍ਰਾਈਸ ਕੀ ਹੋ ਰਿਹਾ ਹੈ ਕਿ ਪਾਪੂਲੇਸ਼ਨ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਉਸ ਤੇਜ਼ੀ ਦੇ ਨਾਲ ਆਪਾਂ ਪ੍ਰੋਡਕਸ਼ਨ ਨੂੰ ਇੰਕਰੀਜ਼ ਨਹੀਂ ਕਰ ਰਹੇ। ਜੇਕਰ ਪ੍ਰੋਡਕਸ਼ਨ ਇੰਕਰੀਜ਼ ਹੋ ਵੀ ਰਹੀ ਹੈ ਲੇਕਿਨ ਪਾਪੂਲੇਸ਼ਨ ਉਸ ਤੋਂ ਜ਼ਿਆਦਾ ਤੇਜ਼ੀ ਨਾਲ ਕੀ ਹੈ ਵੱਧ ਜਾਂਦੀ ਹੈ, ਜਿਹਦੇ ਕਰਕੇ ਪ੍ਰਾਈਸ ਦੇ ਵਿੱਚ ਕੀ ਹੁੰਦੇ ਹੈ ਤੇਜ਼ੀ ਆਉਂਦੀ ਹੈ। ਹੁਣ ਆਪਾਂ ਕਹਿੰਦੇ ਪ੍ਰਾਈਸ ਇੰਕਰੀਜ਼ ਹੋ ਰਹੀ ਹੈ, ਕਿਉਂ ਇੰਕਰੀਜ਼ ਹੋ ਰਹੀ ਹੈ? ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਵਧੀ ਜਾਂਦੀ ਹੈ ਲੇਕਿਨ ਸਪਲਾਈ ਕੀ ਹੈ ਘੱਟ ਹੈ। ਤਾਂ ਡਿਮਾਂਡ ਅਤੇ ਸਪਲਾਈ ਨੂੰ ਆਪਸ ਦੇ ਵਿੱਚ ਇਕੁਅਲ ਕਰਨ ਦੇ ਲਈ ਗੌਰਮੈਂਟ ਦੇ ਕੋਲ ਕੀ ਸੋਰਸਿਸ ਰਹਿ ਜਾਂਦਾ ਹੈ? ਪ੍ਰਾਈਸ ਨੂੰ ਵਧਾਉਣਾ। ठीक है, आप टॉपिक कर चुके ना प्राइस वाला लैसन, तुम सबनों क्लीयर होएगा कि पॉपूलेशन बहुत ज़्यादा होने करके लेकिन अपनी जी परचेजिंग पावर ऑफ वेज अर्निंग लीडिंग टू पावर्टी, पुअर हैज़ बिकम मोर पुअर, इंडियन इकोनॉमी हैज़ रिमेन अंडर इन्फ्लेशन सिंस लॉन्ग। तो अपनी इकोनॉमी की है बहुत लंबे समय के लिए किंदे अंदर चली जाती है? इन्फ्लेशन के अंडर चली जाती है। नैट नैशनल इनकम, अपनी जी नैट नैशनल इनकम की हैगी तो वधिया है लेकिन पॉपूलेशन के मुकाबले उनके कंपैरिजन की है बहुत ज़्यादा की है लो है, जिंदे करके की है पॉवर्टी की है बढ़ जाती है। रूरल इकोनॉमी, अपनी इकोनॉमी के की है एक पेंडू का की है जनसंख्या की है पॉपूलेशन ज़्यादा है, अर्बन एरिया की है घट है। पिंडां दे विच डिवेलपमेंट के चांसिस की है घट होंदे ने, उत्थे लोग घट पढ़े लिखे होंदे ने, उत्थे इंप्लॉयमेंट के चांसिस घट होंदे ने, जिंदे करके की है अपनी की है पॉवर्टी की है इंक्रीज़ होंदी है। अगला पॉइंट अनइक्वल डिस्ट्रीब्यूशन ऑफ इनकम, इनकम की डिस्ट्रीब्यूशन की है अनइक्वल है। जी अपनी इनकम है वो कुछ लोगों के हैंड दे विच की है कवर हो जाती है, जिंदे करके की है कि पॉवर्टी बढ़ती है। अमीर लोग अमीर हो रहे हैं, गरीब हो रहे हैं। एक कहता कारण है करप्शन, अपने देश में करप्शन ज़्यादा होने करके की है कि जी गौरमेंट वालों जी भी पॉलिसीज आती है उनका ज़्यादा फायदा कौन लै लेंदा है? रिच लोग, ठीक है। तो की है गरीब लोगों से उनका इफैक्ट की है घट पैंदा है, जिंदे करके पुअर होर ज़्यादा पुअर, रिच होर ते पुअर होर ज़्यादा पुअर हो जाते हैं। रिच इज बिकमिंग रिचर एंड पुअर इज बिकमिंग पुअर। टैक्सेस शुड बी इम्पोज ऑन रिच एंड पुअर शुड बी गिवन वर्क टू अर्न, ठीक है। कैपिटल डेफिशिएंसी, कैपिटल की है पूंजी की है घट है। शॉर्टेज ऑफ कैपिटल क्रिएट हर्डल इन डिवेलपमेंट, की है कि जी कैपिटल है घट होने करके भी वो डिवेलपमेंट के एक रुकावट की है क्रिएट कर रही है। कैपिटल स्टॉक एंड कैपिटल इन्फॉर्मेशन आर नॉट इंक्रीजिंग एट रिक्वायर्ड रेट। कैपिटल स्टॉक है, कैपिटल अपनी उन्नी इंक्रीज नहीं हो रही जिन्नी की अपनों रिक्वायर्ड है, जिस रेट से आप अपनी डिवेलपमेंट करनी है उस रेट के मुकाबले अपनी कैपिटल फॉर्मेशन की है घट है। वर्क कैन नॉट बी प्रोड्यूस विदाउट इट। लो कैपिटल इन्फॉर्मेशन मीन लो प्रोडक्शन प्रोडक्शन कैपेसिटी। जेकर अपनी कैपिटल घट होएगी, आप पैसा घट इन्वैसट करांगे तो प्रोडक्शन भी घट होएगी, प्रोडक्शन जो घट होएगी तो इंप्लॉयमेंट भी घट जाएगी। लो इंप्लॉयमेंट मतलब लो इनकम, लो इनकम मतलब उनका रिजल्ट की निकलेगा पॉवर्टी। जेकर कैपिटल घट पैसा आप घट इन्वैसट करांगे, पैसा इन्वैसट घट करने का मतलब की होएगा प्रोडक्शन घट होएगी, प्रोडक्शन घट होएगी तो इनकम घट होएगी, अपनी इनकम घट होएगी तो आप इंप्लॉयमेंट्स काम ते घट रखांगे, वर्कर्स घट होंगे तो अपनी इनकम लो हो जाएगी, जिनका रिजल्ट की निकलेगा पॉवर्टी। लैक ऑफ स्किल्ड लेबर, अपनी इंडिया के अनपढ़ता होने करके की है स्किल्ड लेबर मिलने मुश्किल है, स्किल्ड ट्रेंड वर्कर नहीं है, जिंदे करके प्रोडक्शन उन्नी तेजी के नाल की है बढ़ती नहीं है, जिंदे करके की हो जाता है अपनी पॉवर्टी की है बढ़ जाती है। डेफिशिएंसी ऑफ एफिशिएंट एंटरप्रेन्योर, जोड़े अपने उद्योगपति ने है ना वो ओनर्स ने वो की ने एफिशिएंट नहीं, उन्होंने की है डेफिशिएंसी पाई जाती है, जिंदे करके भी की है अपना एक मेजर कोज की हो जाता है पॉवर्टी। एक्सप्लेन ज़्यादा करने की जरूरत नहीं है कि सिंपल जो पॉइंट है तुम लिख सकते हो। अंडर डिवेलप्ड इकोनॉमी, एक इकोनॉमी होंगी डिवेलप्ड इकोनॉमी जी डिवेलप कर चुकी है, एक होंगी अंडर डिवेलप इकोनॉमी जी हजे डिवेलप कर रही है। हुण अपना जो इंडिया है अपनी इंडिया की इकोनॉमी कड़ी है अंडर डिवेलप, क्योंकि आप डिवेलप्ड कंट्री नहीं हैगी, आप अंडर डिवेलप इकोनॉमी है, जिंदे करके की है कि प्लैनिंग द ग्रोथ रेट ऑफ GDP हैज़ बीन नियरली 4% बट ड्यू टू 2% ग्रोथ रेट ऑफ पॉपुलेशन पर कैपिटल इनकम ग्रो बाय 2.4% ओनली। लो ग्रोथ रेट ऑफ पर कैपिटल इनकम हैज़ बीन ड्यू टू इंक्रीज इन पॉपूलेशन, कि अपने देश के जी हैगी है पर कैपिटल इनकम की ग्रोथ रेट कितनी है बहुत घट है, ड्यू टू इंक्रीज इन पॉपूलेशन। जिस तेजी के नाल अपनी पॉपूलेशन बढ़ रही है उस तेजी के नाल अपनी GDP नहीं इंक्रीज हो रही, GDP की है उनके कंपैरिजन की है बहुत घट है। तो सो अपने इहदे लई की चाहिए कि आप पॉपूलेशन की करिए रिड्यूस करिए तो GDP की करिए इंक्रीज करिए।
लैक ऑफ प्रॉपर इंडस्ट्रीलाइजेशन की है उनकी की है कमी पाई जाती है, वो प्रॉपर नहीं हैगी अपनी इंडस्ट्रीलाइजेशन। अपनी इंडस्ट्री ਦੇ ਵਿੱਚ ਕੀ ਹੈ नवी टैक्नोलॉजीज नवी टैक्नीक आप यूज़ नहीं कर रहे, जिंदे करके गरीबी आ रही है। ठीक है, इफ ग्रोथ रेट इज़ चैकड द नैशनल इनकम विल इंक्रीज एंड पर कैपिटा इनकम विल इंक्रीज। कहते हैं जेकर आप पॉपूलेशन ग्रोथ रेट ਨੂੰ कंट्रोल कर लाਂਗੇ तो अपनी नैशनल इनकम इंक्रीज़ हो जाएगी, नैशनल इनकम इंक्रीज़ हो जाएगी तो पर कैपिटा इनकम भी इंक्रीज़ हो जाएगी। पर कैपिटा इंक्रीज़ किवें होएगी, क्योंकि जी पर कैपिटा इनकम है वो किवें निकलती है, नैशनल इनकम ਨੂੰ ਆਪਾਂ पॉपूलेशन ਦੇ ਨਾਲ ਕੀ ਕਰ ਦਿੰਦੇ ਆ, डिवाइड करके निकलते हैं। जेकर पॉपूलेशन घट जाएगी तो पर कैपिटा इनकम अपने आप ही बढ़ जाएगी। It will have a multiple effect on the rise in income through greater saving and investment. It will result in greater employment and less ਪਾਵਰਟੀ। ਹੁਣ ਇਹ ਦੱਸ ਰਹੇ ਨੇ ਕਿ ਜੇਕਰ ਆਪਾਂ ਮਲਟੀਪਲ ਇਫੈਕਟ ਪੈਣਗੇ, ਜੇਕਰ ਆਪਣੀ ਇਨਕਮ ਰਾਈਜ਼ ਹੋ ਜੇ ਥਰੂ ਗ੍ਰੇਟਰ ਸੇਵਿੰਗ ਐਂਡ ਇਨਵੈਸਟਮੈਂਟ, ਤਾਂ ਇਹਦਾ ਰਿਜ਼ਲਟ ਕੀ ਨਿਕਲੇਗਾ ਕਿ ਜੇ ਆਪਣੀ ਇਨਕਮ ਵਧੇਗੀ, ਆਪਣੀ ਸੇਵਿੰਗਸ ਵਧਣਗੀਆਂ, ਇਨਵੈਸਟਮੈਂਟ ਵਧੇਗੀ ਤਾਂ ਇੰਪਲਾਇਮੈਂਟ ਦੇ ਰਿਜ਼ਲਟ ਵੀ ਜ਼ਿਆਦਾ ਵਧਣਗੇ। ਇੰਪਲਾਇਮੈਂਟ ਜ਼ਿਆਦਾ ਹੋਏਗੀ ਤਾਂ ਪਾਵਰਟੀ ਆਪਣੇ ਆਪ ਹੀ ਘਟ ਜਾਏਗੀ। लो रेट ऑफ ग्रोथ, अपनी जी ग्रोथ रेट है उनकी जी रेट है, ग्रोथ की जी रेट है वो की है घट है। अपनी जिस तेजी के अपनी पॉपूलेशन इंक्रीज़ हो रही है, पर कैपिटा इनकम की ग्रोथ रेट अपनी इकोनमी के उनके नालों बहुत ज़्यादा घट है, जिंदे करके की आ जाती है पॉवर्टी। यानी कि मेन कारण की है पॉपूलेशन। जेकर पॉपूलेशन कंट्रोल हो जाए तो सारा कुछ ही की है कंट्रोल च आ जाएगा। लैक ऑफ इंफ्रास्ट्रक्चर, अपनी इंफ्रास्ट्रक्चर मतलब की आ गया, ट्रांसपोर्ट फैसिलिटीज़, बैंकिंग फैसिलिटीज़, कम्यूनीकेशन सोर्सिस उन्होंने की है कमी पाई जाती है। वो प्रॉपर डिवेलप ना होने करके भी साडी इकोनमी दे विच की पाई जाती है पॉपूलेशन पॉवर्टी पाई जाती है। इनप्रॉपर यूज़ ऑफ नैचुरल सोर्सिस, नवी टैक्नोलॉजीज ना होने करके, हाइड्रो इलैक्ट्रोसिटी प्रॉपर काम ना करने करके की हो जाता है कि अपने नैचुरल सोर्सिस आप प्रॉपर यूज़ ना करने करके भी अपनी इकोनमी की डिवेलपमेंट नहीं हो रही है। हाँ जी, की कहते सी इतों मैं हाइड्रो इलैक्ट्रोसिटी थोड़ा उल्ट बोल गई सी। जी हाइड्रो इलैक्ट्रोसिटी की है कि हाइड्रो इलैक्ट्रोसिटी के द्वारा जनरेट की अपनी जी हाइड्रो इलैक्ट्रोसिटी है वो किंदे द्वारा जनरेट की जाती है, फ्लोइंग रिवर्स के द्वारा की जाती है। बट की है इन्हों प्रॉपर यूज़ नहीं किया जा रहा। आउटडेटेड सोशल इंस्टीट्यूट, जोड़े इंस्टीट्यूट ने अपने सोशल वो की ने ट्रडिशनल मतलब कि आउटडेटेड ने, पुराने टाइम के ने। ठीक है, कस्टम्स लाइक कास्ट सिस्टम, लॉ ऑफ इनहेरिटेंस एंड सक्सेशन, जिंदे करके भी अपनी इकोनमी डिवेलप नहीं कर रही है। आप हजे भी पुराने जात पात दे विच फसे हुए हैं, एक थां तो दूजी थां ते नहीं जाना, इन्हां कब चीज़ों के विच फसे होने करके भी आप डिवेलपमेंट नहीं कर रहे, जिंदे करके पावर्टी है। ठीक है, ये सी तुहाडी गरीबी के कारण। ਹੁਣ ਆਪਾਂ ਗਰੀਬੀ ਨੂੰ ਰਿਮੂਵ ਕਿਵੇਂ ਕਰ ਸਕਦੇ ਹਾਂ, ਉਹੀ ਜਿਹੜੇ ਪੁਆਇੰਟ ਸਾਰੇ ਕਾਰਨ ਸੀ ਉਹਨਾਂ ਨੂੰ ਖਤਮ ਕਰ ਦਿਓ। ਕੀ ਹੈ ਪਹਿਲਾ ਪੁਆਇੰਟ, ਪਾਪੂਲੇਸ਼ਨ ਨੂੰ ਕੰਟਰੋਲ ਕਰ ਲਓ। ਪਹਿਲਾ ਪੁਆਇੰਟ ਇਹੀ ਪੜਿਆ ਸੀ ਨਾ, ਗਰੀਬੀ ਦਾ ਕਾਰਨ ਕੀ ਸੀਗਾ ਕਿ ਪਾਪੂਲੇਸ਼ਨ ਜ਼ਿਆਦਾ ਹੈ। ਪਾਪੂਲੇਸ਼ਨ ਨੂੰ ਕੀ ਕਰ ਲਓ, ਕੰਟਰੋਲ ਕਰ ਲਓ। ਇੰਪਲਾਇਮੈਂਟ ਦੇ ਸੋਰਸਿਸ ਨੂੰ ਕੀ ਕਰ ਦਿਓ, ਇੰਕਰੀਜ਼ ਕਰ ਦਿਓ। ਮੈਨੂੰ ਨਹੀਂ ਲੱਗਦਾ ਸਮਝਾਉਣ ਵਾਲੀ ਕੋਈ ਗੱਲ ਹੈਗੀ, ਐਕਸਪੈਕਟ ਕੇ ਦੇਖ ਲਈ, ਜੇ ਕੋਈ ਤੁਹਾਨੂੰ ਪੁਆਇੰਟ ਲੱਗਾ ਮੈਂ ਤੁਹਾਨੂੰ ਦੱਸ ਦੂੰਗੀ, ਕਿਉਂਕਿ ਤੁਸੀਂ ਸਿਰਫ ਪੁਆਇੰਟਸ ਯਾਦ ਕਰਨੇ ਨੇ, ਵਿੱਚ ਤੁਸੀਂ ਕੁਝ ਵੀ ਲਿਖ ਦਿਓ। ਜਿਵੇਂ ਇਕੁਅਲ ਡਿਸਟ੍ਰੀਬਿਊਸ਼ਨ ਆਫ ਇਨਕਮ, अपनी इनकम ਨੂੰ ਕੀ ਹੈ ਪ੍ਰੋਪਰ ਇਕੁਅਲ ਡਿਸਟ੍ਰੀਬਿਊਟ ਕਰਨਾ ਚਾਹੀਦਾ। ਇਹ ਨਾ ਹੋਵੇ ਕਿ ਜਿਹੜੀ ਇਨਕਮ ਹੈ ਉਹ ਵੱਡੇ ਲੋਕ ਲੈ ਜਾਣ, ਅਮੀਰ ਲੋਕ ਹੋਰ ਅਮੀਰ ਹੋ ਜਾਣ, ਗਰੀਬ ਹੋਰ ਗਰੀਬ ਹੋ ਜਾਵੇ। ਇਕੁਅਲ ਡਿਸਟ੍ਰੀਬਿਊਸ਼ਨ ਕਰਨੀ ਚਾਹੀਦੀ ਹੈ, ਜਿੰਦੇ ਨਾਲ ਕੀ ਹੈ ਪਾਵਰਟੀ ਆਪਣੇ ਆਪ ਰਿਮੂਵ ਹੋ ਜਾਏਗੀ। ਰੀਜਨਲ ਪਾਵਰਟੀ, ਇਹਦੇ ਵਿੱਚ ਕਿਹਾ ਜਾਏਗੀ ਕਿ ਜਿਹੜੇ ਲੋਕੀ ਬਹੁਤ ਡਿਵੈਲਪ ਨਹੀਂ ਹੈਗੇ, ਬਹੁਤ ਜ਼ਿਆਦਾ ਪਿਛੜੇ ਹੋਏ ਨੇ, ਬੈਕਵਰਡ ਨੇ, ਉਹਨਾਂ 'ਤੇ ਕੀ ਹੈ ਗੌਰਮੈਂਟ ਨੂੰ ਕੀ ਹੈ ਜ਼ਿਆਦਾ ਡਿਵੈਲਪਮੈਂਟ ਕਰਨੀ ਚਾਹੀਦੀ, ਉਹਦੇ ਪਾਸੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਪੈਸਾ ਇਨਵੈਸਟ ਕਰਨਾ ਚਾਹੀਦਾ ਹੈ, ਜਿੰਦੇ ਕਰਕੇ ਪਾਵਰਟੀ ਰਿਮੂਵ ਹੋ ਜਾਏਗੀ। ਪ੍ਰੋਬਲਮ ਆਫ ਡਿਸਟ੍ਰੀਬਿਊਸ਼ਨ, ਦੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਸ਼ੁੱਡ ਬੀ ਸਟਰੈਂਥਨ ਟੂ ਰਿਮੂਵ ਪਾਵਰਟੀ। पुअर सैक्शन शुड गैट फूड ग्रेन एट सबसिडीज रेट एंड एट एन एम्पल क्वांटिटी। इहदे च किया गया कि डिस्ट्रीब्यूट करनी चाहिए है कि जड़े हैगे गरीब लोग उन्होंने पुअर सैक्शनस नूं की है फूड गौरमेंट वालों ज़्यादा सबसिडीज प्रोवाइड करनी चाहिए ने, उन्होंने फूड देना चाहिए वै तां जो पावर्टी की है रिमूव हो जाए। फुलफिलमेंट ऑफ मिनीमम नीड ऑफ द पुअर, कि गौरमेंट नूं इस तरह की फैसिलिटीज़ इस तरह के स्टैप्स चकने चाहिए ने जिंदे नाल जिहड़े गरीब ने वो अपनियां मिनीमम जिहड़े रिक्वायरमेंट्स ने जरूरतां ने उन्होंने की है पूरा कर सकन। इंक्रीज़ इन द प्रोडक्टिविटी ऑफ द पुअर टू रिमूव पावर्टी, एक उहदे लई जरूरत हो जाती है कि आपां इस तरह की प्रोडक्शन करिए जो कि है प्रोडक्टिविटी गरीब लोगों के लिए भी वधावे। दी पुअर शुड बी गिवन मोर इंपलायमेंट, गरीब लोगों को भी इंपलायमेंट के चांसिस देने चाहिए ने जिंदे नाल की आपां गरीबी नूं भी दूर कर सकते हैं। चेंज इन टैक्नीक ऑफ प्रोडक्शन की टैक्नीक चेंज करनी चाहिए, नवी टैक्नोलॉजी अडोप्ट करनी चाहिए तो अपने आप ही पावर्टी रिमूव हो जाएगी। स्टैबिलिटी इन प्राइस लैवल, प्राइस ना तेजी ना वधनियां चाहिए ने ना ही घटनियां चाहिए ने, स्टैबल होना चाहिए ने तां जो गरीबां ते प्राइस वधन का ज़्यादा इफैक्ट ना पवे।
ਡਿਵੈਲਪਮੈਂਟ ਆਫ ਐਗਰੀਕਲਚਰ ਦੀ ਡਿਵੈਲਪਮੈਂਟ ਦੇ ਵੱਲ ਕੀ ਹੈ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਆਪਣੀ ਪਾਪੂਲੇਸ਼ਨ ਦਾ ਬਹੁਤ ਵੱਡਾ ਪਾਰਟ ਹੈ ਜਿਹੜਾ ਐਗਰੀਕਲਚਰ ਦੇ ਵਿੱਚ ਲੱਗਾ ਹੋਇਆ ਹੈ। ਤਾਂ ਐਗਰੀਕਲਚਰ ਦੀ ਡਿਵੈਲਪ ਹੋਏਗੀ ਤਾਂ ਪਾਵਰਟੀ ਆਪਣੇ ਆਪ ਰਿਮੂਵ ਹੋ ਜਾਏਗੀ, ਯਾਨੀ ਕਿ ਕਿਸਾਨਾਂ ਦੀ ਹਾਲਤ ਨੂੰ ਕੀ ਹੈ ਸੁਧਾਰਨਾ ਚਾਹੀਦਾ ਹੈ। ਆਪ ਨੂੰ ਵੀ ਪਤਾ ਕਿ ਭਾਰਤੀ ਕਿਸਾਨ ਦੀ ਹਾਲਤ ਬਹੁਤ ਖਰਾਬ ਹੈ। ਉਹ ਕਿਉਂ ਖਰਾਬ ਹੈ? ਕਿਉਂਕਿ ਐਗਰੀਕਲਚਰ ਲਈ ਆਪਾਂ ਨਵੀਂ ਟੈਕਨੋਲੋਜੀ ਨਵੀਂ ਟੈਕਨੀਕ ਯੂਜ਼ ਨਹੀਂ ਕਰ ਰਹੇ, ਨਵੀਂ ਵਧੀਆ ਬੀਜ ਨਹੀਂ ਯੂਜ਼ ਕਰ ਰਹੇ। ਜੇ ਕਿਸਾਨਾਂ ਦੀ ਹਾਲਤ ਵਧੀਆ ਹੋਗੀ ਤਾਂ ਭਾਰਤ ਆਪਣੇ ਆਪ ਹੀ ਅਮੀਰ ਹੋ ਜਾਏਗਾ। ਇੰਕਰੀਜ਼ ਇਨ ਦਾ ਰੇਟ ਆਫ ਗਰੋਥ, ਆਪਣੀ ਰੇਟ ਗਰੋਥ ਨੂੰ ਇੰਕਰੀਜ਼ ਕਰਨਾ ਚਾਹੀਦਾ ਹੈ। ਉਹ ਤਾਂ ਹੀ ਗਰੋਥ ਹੋਏਗੀ, ਇੰਕਰੀਜ਼ ਹੋਏਗੀ ਜੇਕਰ ਆਪਾਂ ਪਾਪੂਲੇਸ਼ਨ ਨੂੰ ਕੀ ਹੈ ਕੰਟਰੋਲ ਕਰ ਲਾਂਗੇ ਅਤੇ ਨਵੀਂ ਟੈਕਨੋਲੋਜੀ ਨਵੀਆਂ ਟੈਕਨੀਕਸ ਨੂੰ ਕੀ ਹੈ ਯੂਜ਼ ਕਰਾਂਗੇ। ਠੀਕ ਹੈ, ਇਹ ਸੀ ਤੁਹਾਡੇ ਪਾਵਰਟੀ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਹਾਂ। ਈਜ਼ੀ ਕੁਐਸਚਨ ਹੈ, ਕੁਝ ਸਮਝਾਉਣ ਵਾਲਾ ਵੀ ਹੈ ਨਹੀਂ ਸੀਗਾ। ਪਾਵਰਟੀ ਦੇ ਕੋਜ਼ਸ ਕੀ ਸੀ ਅਤੇ ਆਪਾਂ ਉਹਨੂੰ ਕਿਵੇਂ ਰਿਮੂਵ ਕਰ ਸਕਦੇ ਹਾਂ। ਕੱਲ੍ਹ ਆਪਾਂ ਇਹਦਾ ਲਾਸਟ ਟੌਪਿਕ ਕਰਾਂਗੇ ਕਿ ਗੌਰਮੈਂਟ ਨੇ ਕਿਹੜੇ ਸਟੈਪ ਚੱਕੇ ਨੇ ਪਾਵਰਟੀ ਨੂੰ ਰਿਮੂਵ ਕਰਨ ਦੇ ਲਈ। ਇਹਦੇ ਨਾਲ ਤੁਹਾਡਾ ਚੈਪਟਰ ਕੀ ਹੈ ਖਤਮ ਹੋ ਜਾਏਗਾ ਕੱਲ੍ਹ। ਕਲੀਅਰ? ਜੇ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਪਰਸਨਲੀ ਮੈਸੇਜ ਕਰਕੇ ਪੁੱਛ ਸਕਦਾ ਹੈ।